ਮਜੀਠੀਆ ਦਾ ਖਾਸ ਤੌਰ 'ਤੇ ਪੰਜਾਬ ਦਾ ਸਭ ਤੋਂ ਵੱਡਾ ਮੁਲਜ਼ਮ ਹੈ। ਅੱਤਵਾਦ ਵਿੱਚ ਵੀ ਐਡਾ ਨੁਕਸਾਨ ਨਹੀਂ ਹੋਇਆ ਜਿੱਡਾ ਨੁਕਸਾਨ ਹੈ ਮਤਲਬ ਇਹ ਡਰੱਗ ਦੇ ਨਸ਼ੇ ਨੇ ਸਾਡੀ ਸਟੇਟ ਦਾ ਕੀਤਾ। ਸ਼ਰਾਬ ਦਾ ਠੇਕੇਦਾਰ ਮੈਂ ਜਾਣਦਾ, ਉਹ ਪਹਿਲਾਂ ਮਜੀਠੀਆ ਦਾ ਠੇਕੇਦਾਰ ਰਿਹਾ, ਉਹਦਾ ਖਸਮ-ਖਸ ਪੈਦਾ ਕੀਤਾ ਹੋਇਆ। ਫਿਰ ਕਾਂਗਰਸ ਵਾਲਿਆਂ ਦਾ ਖਸਮ-ਖਾਸ ਸੀ, ਅੱਜ ਇਹਨਾਂ ਦਾ ਆਪ ਵਾਲਿਆਂ ਦਾ ਖਸਮ-ਖਾਸ ਹੈ। ਤੁਸੀਂ ਬਿਆਨ ਦਿੱਤੇ ਹੈ ਜਿਹੜਾ ਉਹਨਾਂ ਨੇ ਅਮਿਤ ਸ਼ਾਹ ਨੇ ਵੀ ਇਹਨਾਂ ਤੋਂ ਨਹੀਂ ਆ ਰਿਹਾ ਕਾਬੂ, ਤਾਂ ਮਤਲਬ ਸੈਂਟਰ ਇਹਦਾ ਕੋਈ ਕਰੂਗਾ ਤੇ ਸੈਂਟਰ ਕਰੇ। ਫਿਰ ਇਸ ਤੋਂ ਵੱਧ ਹੋਰ ਮਤਲਬ ਕਿੰਨੇ ਕੁ ਹੋਰ ਮਾੜੇ ਹਾਲਤ ਪੰਜਾਬ ਦੇ ਹੋਣੇ ਚਾਹੀਦੇ ਆ ਜਦੋਂ ਅਜੇ ਸੈਂਟਰ ਨੂੰ ਦਖਲ ਦੇਣ ਦੀ ਲੋੜ ਪਊਗੀ। ਮੈਂ ਤਾਂ ਕਹਿੰਦਾ ਲਾਅ ਐਂਡ ਆਰਡਰ ਦੀ ਪ੍ਰੋਬਲਮ ਬਹੁਤ ਖਰਾਬ ਹੋਈ ਹੈ। ਡੇਲੀ ਕੁਛ ਨਾ ਕੁਛ ਖੜਾ ਹੁੰਦਾ, ਡੇਲੀ ਕੋਈ ਵੀ ਜਿਹੜੀ ਆਪਾਂ ਵਾਰਦਾਤ ਹੁੰਦੀ ਹੈ ਉਹਨੂੰ ਅਸੀਂ ਗੈਂਗਸਟਰਾਂ ਦੇ ਖਾਤੇ ਪਾ ਦਿੰਦੇ ਹਾਂ। ਤੇ ਆਪਦਾ ਤਾਂ ਝੁੱਗਾ ਚੌੜ ਹੋਇਆ ਪਿਆ ਤੁਹਾਡਾ ਲਾਅ ਐਂਡ ਆਰਡਰ ਦੀ ਇੱਥੇ ਪ੍ਰੋਬਲਮ ਹੈਗੀ ਹੈ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਮਿਲ ਰਹੀ। ਟਾਈਮ ਕਿਉਂ ਦੇਵਾਂਗੇ? ਹੁਣ 7 ਮਹੀਨੇ ਤਾਂ ਹੋ ਗਏ। ਉਹ ਟਾਈਮ ਕੀ ਹੁੰਦਾ? ਕੁਛ 7 ਮਹੀਨਿਆਂ ਦੇ ਵਿੱਚ ਜੇ ਕੁਛ ਨਹੀਂ ਹੋ ਸਕਿਆ, ਪਿੱਛੇ ਨੂੰ ਜਾ ਰਹੇ ਹਾਂ, ਫਿਰ ਕਿਵੇਂ ਉਮੀਦ ਕਰਾਂਗੇ ਕਿ ਅਸੀਂ ਹੋਰ ਸਾਲ ਬਾਅਦ ਇਹ ਬਹੁਤ ਠੀਕ ਰਸਤੇ ਚੱਲ ਪੈਣਗੇ। ਮਜੀਠੀਆ ਸਭ ਨੂੰ ਪਤਾ ਹੈ ਕਿ ਇਹਦੇ ਖਿਲਾਫ ਐਡੀ ਵੱਡੀ ਐਵੀਡੈਂਸ ਸੀਗੀ ਜਿਹੜੀ ਆਪਣੇ ਡਰੱਗ ਕੇਸ ਦੇ ਵਿੱਚ। ਉਹਦੇ ਵਿੱਚ ਹਾਈ ਕੋਰਟ ਨੇ ਅੱਖਾਂ ਬੰਦ ਕਰਕੇ ਇਹਨੂੰ ਬੇਲ ਦਿੱਤੀ, ਜਿਹੜੀ ਕਿ ਦਿੱਤੀ ਨਹੀਂ ਜਾ ਸਕਦੀ। ਠੀਕ ਹੈ, ਉਹ ਕਿਤੇ ਹਾਈ ਕੋਰਟ ਦੇ ਜੱਜਾਂ ਨੇ ਥੋੜ੍ਹਾ ਦੇ ਦਿੱਤੀ, ਇਹਨੂੰ ਪਿੱਛੋਂ ਡਾਇਰੈਕਸ਼ਨ ਆਈ ਹੈ, ਸਰਕਾਰ ਨੇ ਦਿੱਤੀ ਹੈ ਵੱਡੀ। ਮਤਲਬ ਜਿਹੜੀ ਸੈਂਟਰ ਵੱਲੋਂ ਜਿੰਨਾ ਚਿਰ ਇਹੋ ਜਿਹੇ ਕੇਸ ਵਿੱਚ ਡਾਇਰੈਕਸ਼ਨ ਨਾ ਹੋਵੇ ਤਾਂ ਕਿਵੇਂ ਮਤਲਬ ਇਹਨੂੰ ਬੇਲ ਮਿਲ ਸਕਦੀ ਸੀ। ਜੇ ਅਸੀਂ ਪੰਜਾਬ ਦੇ ਵਿੱਚ ਇਸ ਨੂੰ ਦੁਬਾਰਾ ਅਸੈਸਮੈਂਟ ਇਹਦੀ ਕਰੀਏ ਤਾਂ ਅਸੀਂ ਭਗਵੰਤ ਮਾਨ ਨੂੰ ਪਿੱਛੇ ਪਾਸੇ ਕਰ ਦਿੰਦੇ। ਭਗਵੰਤ ਮਾਨ ਨੂੰ ਤਾਂ ਕਿਤੇ CM ਦਾ ਰੂਪ 'ਚ ਅਸੀਂ ਵੇਖਿਆ ਹੀ ਨਹੀਂ ਕਿ ਵੀ ਉਹ ਇੱਕ CM ਹੈਗਾ। ਜਦੋਂ ਉਹਨੇ ਹੁਕਮ ਹੀ ਉੱਥੋਂ ਲੈਣਾ ਸੈਂਟਰ ਤੋਂ ਜਾ ਕੇ ਦਿੱਲੀ ਦਾ ਗੁਲਾਮੀ ਕਰਨੀ ਹੈ, ਤਾਂ ਜੋ ਪਹਿਲਾਂ ਕਾਂਗਰਸੀ ਕਰਦੇ ਸੀਗੇ, ਜੋ ਅਕਾਲੀ ਕਰਦੇ ਸੀਗੇ, ਉਹ ਚੀਜ਼ ਇਹ ਚਲੀ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਨਾਮ ਸਿੰਘ ਬਿਲਗਾ। ਤੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ, ਕਾਨੂੰਨ ਵਿਵਸਥਾ ਨੂੰ ਲੈ ਕੇ ਅਮਿਤ ਸ਼ਾਹ ਨੇ ਵੱਡੇ ਭਗਵੰਤ ਮਾਨ ਸਰਕਾਰ ਦੇ ਉੱਪਰ ਸਵਾਲ ਚੁੱਕੇ ਨੇ। ਉਹ ਕਹਿ ਰਹੇ ਨੇ ਕਿ ਜੇਕਰ ਭਗਵੰਤ ਮਾਨ ਸਰਕਾਰ ਹਾਲਾਤਾਂ ਨੂੰ ਨਹੀਂ ਸੰਭਲਦੀ ਤਾਂ ਕੇਂਦਰ ਸਰਕਾਰ ਆਪਣਾ ਜ਼ਿੰਮੇਵਾਰੀ ਜ਼ਰੂਰ ਨਿਭਾਵੇਗੀ। ਵਿਕਰਮ ਸਿੰਘ ਮਜੀਠੀਆ ਸਰਸਾ ਸਾਧ ਦੇ ਖਿਲਾਫ ਉੱਚੀ ਆਵਾਜ਼ 'ਚ ਪਹਿਲੀ ਵਾਰੀ ਬੋਲੇ ਨੇ। ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕੀਤੀ ਆ। ਭਾਰਤ ਭੂਸ਼ਣ ਆਸ਼ੂ ਦੇ ਖਿਲਾਫ 1556 ਪੰਨੇ ਦਾ ਚਲਾਨ ਪੇਸ਼ ਹੋ ਗਿਆ ਹੈ। ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਾਡੇ ਨਾਲ ਮੌਜੂਦ ਹਨ ਬਲਵਿੰਦਰ ਸੇਖੋਂ ਜੀ, ਸਾਬਕਾ ਪੁਲਿਸ ਅਧਿਕਾਰੀ। ਲੈਂਦੇ ਉਹਨਾਂ ਤੋਂ ਸਾਰੀਆਂ ਗੱਲਾਂ 'ਤੇ ਜਵਾਬ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ। ਸੇਖੋਂ ਸਾਹਿਬ, ਪਹਿਲਾਂ ਗੱਲ ਕਰਦੇ ਹਾਂ ਆਪਾਂ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ। ਸਿੱਧੂ ਮੂਸੇਵਾਲੇ ਦੇ ਮਾਂ-ਬਾਪ ਵੀ ਪੰਜਾਬ ਦੇ ਪੁਲਿਸ ਮੁਖੀ ਨੂੰ ਮਿਲਦੇ ਨੇ। ਪੰਜਾਬ ਦੇ ਪੁਲਿਸ ਮੁਖੀ ਨੇ ਅੱਜ ਸਰਚ ਅਭਿਆਨ ਚਲਾਇਆ ਗਰੋਹਬਾਜ਼ੀ ਦੇ ਖਿਲਾਫ ਪੰਜਾਬ ਦੇ ਵਿੱਚ। ਅਮਿਤ ਸ਼ਾਹ ਕਹਿੰਦੇ ਨੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਭਗਵੰਤ ਮਾਨ ਸਰਕਾਰ ਤੋਂ ਨਹੀਂ ਸੰਭੀ ਜਾ ਰਹੀ। ਕਿਵੇਂ ਦੇਖਦੇ ਇਸ ਬਿਆਨ ਨੂੰ? ਦੇਖੋ ਜੀ, ਜਿਸ ਤਰ੍ਹਾਂ ਦਾ ਕੱਲ੍ਹ ਲੱਗਿਆ ਸੀ ਪਤਾ, ਮੇਰੇ ਵੀ ਧਿਆਨ 'ਚ ਆਇਆ ਕਿ ਉਹ ਫੈਮਿਲੀ ਜਿਹੜੀ ਹੈਗੀ ਮਿਲੀ ਹੈ DGP ਨੂੰ ਜੀ। ਤੋਂ ਗਾਂ ਉਸ ਤੋਂ ਬਾਅਦ ਕੋਈ ਸਰਚ ਆਪਰੇਸ਼ਨ ਹੋਣਾ, ਜਾਂ ਇੱਕ ਕੱਲ੍ਹ ਹੀ ਇੱਕ ਮੌਕਾ ਜਿਹੜਾ ਇੱਕ ਇਹੋ ਜਿਹਾ ਵੇਖਣ ਨੂੰ ਵੀ ਮਿਲਿਆ ਕਿ ਕੱਲ੍ਹ ਇੱਕ ਇਹਨਾਂ ਨੇ ਕੇਸ ਰਜਿਸਟਰ ਕੀਤਾ ਸੀਗਾ ਸਲੇਮ ਟਾਵਰੀ ਥਾਣੇ 'ਚ ਪਹਿਲਾਂ, ਜਿੱਥੋਂ ਕਿ ਹਥਿਆਰਾਂ ਦੀ ਸਪਲਾਈ ਹੋਈ ਸੀ। ਉਹਦੇ ਵਿੱਚ ਕੋਈ ਕਾਲੋਂ ਨਾਮ ਦਾ ਆਦਮੀ ਸੀਗਾ ਜਿਹਦਾ ਪਹਿਲਾਂ ਜ਼ਿਕਰ ਆਇਆ ਸੀ ਤੇ ਬਾਅਦ ਵਿੱਚ ਨਹੀਂ ਉਹਦਾ ਜ਼ਿਕਰ ਆਇਆ। ਠੀਕ ਹੈ, ਉਹ ਉਸ ਤੋਂ ਬਾਅਦ ਕੱਲ੍ਹ ਸ਼ਾਮ ਨੂੰ ਦੇਖ ਰਹੇ ਸੀ ਅਸੀਂ ਤੇ ਕੋਈ ਗੈਂਗਸਟਰਸ ਦੇ ਉੱਤੇ ਕੋਈ ਆਪਰੇਸ਼ਨ ਚੱਲ ਰਿਹਾ, ਜਾਂ ਉਸ ਤੋਂ ਬਾਅਦ ਕੋਈ ਬੰਦੇ ਜਿਹੜੇ ਫੜੇ ਆ ਉਸ ਜਿਹੜਾ ਸਲੇਮ ਟਾਵਰੀ ਵਾਲੇ ਕੇਸ ਨੂੰ ਮਤਲਬ ਇੰਡੋਰਸ ਕਰਕੇ ਜਿਹੜਾ ਪ੍ਰੈਸ ਰਿਪੋਰਟਰ ਸਾਰੀ ਦੀ ਸਾਰੀ ਉਹ ਰਿਪੋਰਟ ਦੇ ਰਿਹਾ ਸੀ, ਜਿਹੜੀ ਮਤਲਬ ਇਸ ਤੋਂ ਫਰਦਰ ਇਹਨਾਂ ਨੇ ਅਗਲਾ ਐਕਸ਼ਨ ਜਿਹੜਾ ਇਸ ਕੇਸ ਵਿੱਚ ਲੈਣ ਵਾਸਤੇ ਸ਼ਾਇਦ ਮਨ ਬਣਾਇਆ ਹੋਊਗਾ। ਤਾਂ ਹੁਣ ਉਹ ਕੱਲ੍ਹ ਉਹਨਾਂ ਦੇ ਮਿਲਣ ਤੋਂ ਬਾਅਦ ਇਹ ਗੱਲਬਾਤ ਹੋਈ ਹੈ, ਕਿਉਂਕਿ ਮੇਰੇ ਤਾਂ ਬਹੁਤ ਮਤਲਬ ਹਮੇਸ਼ਾ ਸ਼ੱਕ ਹੁੰਦੇ ਆ ਇਹਨਾਂ ਦੀ, ਇਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਵਰਕਿੰਗ ਹੁੰਦੀ ਹੈ ਕਿ ਜੇ ਇੱਕਦਮ ਕੋਈ ਕੱਲ੍ਹ ਮਿਲਿਆ ਤਾਂ ਕੱਲ੍ਹ ਹੀ ਉਹ ਚੀਜ਼ ਚੱਲ ਪਈ ਹੈ। ਤਾਂ ਉਹ ਚੀਜ਼ਾਂ ਫਿਰ ਕਈ ਵਾਰੀ ਤੁਹਾਡਾ ਧਿਆਨ ਜਾਂਦਾ ਵੀ ਉਸੇ ਟਾਈਮ ਇਹ ਕਿਉਂ, ਜਿਹੜੀ ਚੀਜ਼ ਕਿ ਪਹਿਲਾਂ ਕਰਨੀ ਚਾਹੀਦੀ ਸੀ। ਇਸ ਕੇਸ ਦਾ ਇੱਕੋ ਇੱਕ ਲਿੰਕ ਉਸ ਕੇਸ ਨਾਲ ਜੋੜਿਆ ਸਲੇਮ ਟਾਵਰੀ ਵਾਲੇ ਨਾਲ, ਉਸ ਤੋਂ ਬਾਅਦ ਉਹਦੇ 'ਤੇ ਖਾਮੋਸ਼ੀ ਹੋਏ ਹੈ। ਤਾਂ ਸੋ ਉਸ ਤੋਂ ਬਾਅਦ ਇਸ 'ਤੇ ਕੱਲ੍ਹ ਇਹ ਚੀਜ਼ ਆਉਣੀ, ਫਿਰ ਅਜੇ ਆਪਰੇਸ਼ਨ ਸ਼ਾਇਦ ਚੱਲ ਰਿਹਾ ਸੀ ਜਾਂ ਕੰਪਲੀਟ ਹੋਇਆ ਹੋਇਆ ਹੋਣਾ, ਅਤੇ ਪ੍ਰੈਸ ਕੋਲ ਇਹ ਜਿਹੜੀ ਹੈਗੀ ਪੂਰੀ ਦੀ ਪੂਰੀ ਰਿਪੋਰਟ ਹੋਣਾ। ਇਹ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਮਤਲਬ ਜਿਹੜੀਆਂ ਸਵਾਲ ਖੜੇ ਕਰਦੀਆਂ ਪੁਲਿਸ ਦੀ ਕਾਰਗੁਜ਼ਾਰੀ 'ਤੇ, ਕਿ ਕੀ ਤੁਸੀਂ ਪਹਿਲਾਂ ਹੀ ਪ੍ਰੈਸ ਨੂੰ ਸਾਰਾ ਕੁਝ ਦੱਸ ਦਿੰਦੇ ਵੀ ਤੁਸੀਂ ਕਿਸ ਟਾਈਮ ਕਿੱਥੇ ਕੀ ਕਰੋਗੇ, ਕੀ ਮਤਲਬ ਅੱਗੇ ਇਹਦੇ ਆਊਟਕਮ ਹੈਗੇ, ਕਿਹਨੇ ਕਿਹਨੂੰ ਕੀ ਕਿਹਾ। ਇਹ ਕੱਲ੍ਹ ਸ਼ਾਮ ਦੀ ਮੈਂ ਗੱਲ ਕਰ ਰਿਹਾ ਵੀ ਕੱਲ੍ਹ ਆਫਟਰਨੂਨ ਦਾ ਕੋਈ ਆਪਰੇਸ਼ਨ ਹੈ ਉਹ, ਅਤੇ ਸ਼ਾਮ ਨੂੰ ਪ੍ਰੈਸ ਜਿਹੜੀ ਸਾਰੀ ਚੀਜ਼ ਦੱਸੀ ਜਾਂਦੀ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਆਮ ਲੋਕਾਂ ਦੇ ਧਿਆਨ 'ਚ ਨਹੀਂ ਜਾਂਦੀਆਂ, ਪਰ ਕੁਛ ਲੋਕ ਦੇਖਦੇ ਇਹਨਾਂ ਚੀਜ਼ਾਂ ਨੂੰ। ਤਾਂ ਲਾਅ ਐਂਡ ਆਰਡਰ ਦੀ ਜਰਨਲ ਗੱਲ ਕਰੀਏ, ਉਹ ਆਪਣੇ ਸਾਹਮਣੇ ਸਾਰਾ ਹਾਲਾਤ ਤੁਸੀਂ ਬਿਆਨ ਦਿੱਤੇ ਹੈ ਜਿਹੜਾ ਉਹਨਾਂ ਨੇ ਅਮਿਤ ਸ਼ਾਹ ਨੇ ਵੀ ਇਹਨਾਂ ਤੋਂ ਨਹੀਂ ਆ ਰਿਹਾ ਕਾਬੂ, ਤਾਂ ਮਤਲਬ ਸੈਂਟਰ ਇਹਦਾ ਕੋਈ ਕਰੂਗਾ ਤੇ ਸੈਂਟਰ ਕਰੇ। ਫਿਰ ਇਸ ਤੋਂ ਵੱਧ ਹੋਰ ਮਤਲਬ ਕਿੰਨੇ ਕੁ ਹੋਰ ਮਾੜੇ ਹਾਲਤ ਪੰਜਾਬ ਦੇ ਹੋਣੇ ਚਾਹੀਦੇ ਆ ਜਦੋਂ ਅਜੇ ਸੈਂਟਰ ਨੂੰ ਦਖਲ ਦੇਣ ਦੀ ਲੋੜ ਪਊਗੀ। ਮੈਂ ਤਾਂ ਕਹਿੰਦਾ ਲਾਅ ਐਂਡ ਆਰਡਰ ਦੀ ਪ੍ਰੋਬਲਮ ਬਹੁਤ ਖਰਾਬ ਹੋਈ ਹੈ। ਡੇਲੀ ਕੁਛ ਨਾ ਕੁਛ ਖੜਾ ਹੁੰਦਾ, ਡੇਲੀ ਕੋਈ ਵੀ ਜਿਹੜੀ ਆਪਾਂ ਵਾਰਦਾਤ ਹੁੰਦੀ ਹੈ ਉਹਨੂੰ ਅਸੀਂ ਗੈਂਗਸਟਰਾਂ ਦੇ ਖਾਤੇ ਪਾ ਦਿੰਦੇ ਹਾਂ। ਇੱਕੋ ਹੀ ਸਾਡੇ ਕੋਲ ਖੂਹ ਹੈ, ਉਹਦੇ 'ਚ ਕੱਢੋ ਅਤੇ ਉਹਨਾਂ ਦੇ ਖਾਤੇ 'ਚ ਪਾ ਦਿਓ ਵੀ ਆਹ ਫਲਾਣੇ ਗੈਂਗਸਟਰ ਨੇ ਕਰਤਾ, ਟਮਕੇ ਗੈਂਗਸਟਰ ਨੇ ਕਰਤਾ। ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਲੈ ਕੇ ਅੱਜ ਤੱਕ ਜੋ ਚੱਲੀ ਜਾਂਦਾ ਉਹਨੂੰ ਮਤਲਬ ਕਦੇ ਵੀ ਉਸ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਐਂਗਲ ਮਤਲਬ ਸਹੀ ਤਫਤੀਸ਼ ਵਾਲੇ ਪਾਸੇ ਜਾਂਦਾ ਹੈ। ਦਿੱਲੀ ਪੁਲਿਸ ਦੀ ਜਿਹੜੀ ਇਨਵੋਲਵਮੈਂਟ ਹੈਗੀ ਆ ਉਹ ਅਸੀਂ ਹਰ ਵਾਰ ਉਂਗਲ ਖੜੀ ਕਰਦੇ ਵੀ ਇਹ ਕੀ ਹੈ,
ਇਹਦੇ ਬਾਰੇ ਕੁਝ ਐਕਸਪਲੇਨ ਤਾਂ ਕੀਤਾ ਜਾਵੇ ਵੀ ਕਿਸ ਤਰੀਕੇ ਨਾਲ ਉਹ ਮੋਨੀਟਰ ਕਰ ਰਹੇ ਆ ਇਸ ਜਿਹੜਾ ਕੇਸ ਨੂੰ। ਤਾਂ ਬਹੁਤ ਕੁਝ ਹੈਗਾ ਹੈ ਮੂਸੇਵਾਲੇ ਬਾਰੇ ਕੇਸ 'ਤੇ ਕਹਿਣ 'ਤੇ, ਪਰ ਕਿਉਂਕਿ ਜਿਹੜਾ ਹੈਗਾ ਜਿਹਨਾਂ ਨੂੰ ਹੁਣ ਦੁਬਾਰਾ ਇਹਨਾਂ ਨੇ ਕੱਲ੍ਹ ਨਵਾਂ ਜਿਹੜਾ ਕੀਤਾ ਤੇ ਇਹਦੇ 'ਤੇ ਗਾਂਹ ਆਉਣ ਵਾਲੇ ਸਮੇਂ 'ਚ ਕੀ ਕਰਦੇ ਆ, ਤਾਂ ਉਹਦੇ ਬਾਰੇ ਮਤਲਬ ਉਹ ਡਿਫਰੈਂਟਲੀ ਗੱਲ ਕਰ ਲਾਂਗੇ। ਅਤੇ ਅਦਰਵਾਈਜ਼ ਜਿਹੜਾ ਲਾਅ ਐਂਡ ਆਰਡਰ ਦੀ ਪੋਜੀਸ਼ਨ ਜਿਹੜੀ ਹੈਗੀ ਹੈ, ਜੇ ਸੈਂਟਰ ਸਰਕਾਰ ਨੂੰ ਦਿਖਦੀ ਹੈ ਕਿ ਇਹਦੇ 'ਤੇ ਹਾਲਾਤ ਜਿਹੜੇ ਹੈਗੇ ਆ ਠੀਕ ਨਹੀਂ ਹੈਗੇ, ਤਾਂ ਉਹ ਡਾਇਰੈਕਸ਼ਨ ਦੇਣ, ਇੰਟਰਵੀਨ ਕਰਨ। ਉਹ ਕੋਲ ਸਾਰੇ ਤਰ੍ਹਾਂ ਦੀਆਂ ਫੋਰਸਿਸ ਹੈਗੀਆਂ, ਦੇਖਣ ਪੰਜਾਬ ਨੂੰ ਮਤਲਬ ਕਿਹੜੀ ਸਹਾਇਤਾ ਦੀ ਲੋੜ ਹੈ। ਹੋਰ ਹੁਣ ਜਦੋਂ ਬਿਲਕੁਲ ਸਾਡੇ ਕੋਲ ਗਾਉਣ ਨੂੰ ਕੁਝ ਨਹੀਂ ਰਿਹਾ ਤੇ ਫਿਰ ਸੈਂਟਰ ਧਿਆਨ ਕਰੂਗਾ। ਇਹ ਤਾਂ ਹੁਣ ਸੈਂਟਰ ਦੇ ਪ੍ਰੋਰੋਗੇਟਿਵ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਇਹ 'ਤੇ ਕੀ ਅਗਲੇ ਸਟੈਪ ਲੈਂਦੇ। ਕੋਈ ਸੈਂਟਰ ਸਰਕਾਰ ਸਮਾਂ ਆਉਣ 'ਤੇ ਜਾਂ ਕੋਈ ਇੱਦਾਂ ਦੀਆਂ ਸਥਿਤੀਆਂ ਬਣ ਜਾਣ, ਗਵਰਨਰ ਰਾਜ ਹੋ ਸਕਦਾ ਕਿਤੇ? ਕਿਉਂ ਨਹੀਂ, ਕੀ ਦਿੱਕਤ ਹੈਗੀ? ਜੇ ਸਰਕਾਰ ਦਾ ਫੇਲਰ ਹੈ ਤਾਂ ਗਵਰਨਰ ਰਾਜ ਲੱਗਦੇ ਹੁੰਦੇ ਆ। ਅਸੀਂ ਤਾਂ ਆਪ ਦੇਖਦੇ ਹਾਂ ਜੋ ਹਾਲਾਤ ਬਣੇ ਹੋਏ। ਅਸੀਂ ਜਿਹੜੀ ਵੀ ਮਤਲਬ ਅਸੀਂ ਕੋਈ ਇੱਕ ਆਰਗੇਨਾਈਜੇਸ਼ਨ ਜਿਹੜੀ ਮੈਂ ਪੰਜਾਬੀ ਮੰਚ ਹੈ ਉਹਦੇ ਨਾਲ ਅਸੀਂ ਕੰਮ ਕਰ ਰਹੇ ਹਾਂ। ਜਿਹੜੇ ਉੱਥੇ ਕੁਝ ਲੋਕ ਸੀਨੀਅਰ ਰਾਜਵਿੰਦਰ ਸਿੰਘ ਬੈਂਸ ਵਰਗੇ ਲੋਕ ਸਾਡੇ ਜਿਹੜੇ ਹੈਗੇ ਆ ਸਰਪ੍ਰਸਤ ਬੈਠੇ ਆ, ਉਹ ਇਹ ਚਰਚਾ ਦਾ ਵਿਸ਼ਾ ਹੈਗਾ ਇਸ ਗੱਲ ਦਾ ਕਿ ਕਿਉਂ ਨਾ ਗਵਰਨਰ ਨੂੰ ਪੰਜਾਬ ਦੇ ਲੋਕ ਹੀ ਮਿਲਣ ਜਾ ਕੇ ਦੱਸਣ, ਬਜਾਏ ਕਿ ਸੈਂਟਰ ਜਿਹੜਾ ਹੈਗਾ ਇਹ ਇਨੀਸ਼ੀਏਟਿਵ ਲਵੇ ਵੀ ਇਹ ਹਾਲਾਤ ਪੰਜਾਬ ਦੇ ਆ ਹੋਏ ਹੋਏ ਆ 7 ਮਹੀਨਿਆਂ ਵਿੱਚ ਕਰਪਸ਼ਨ ਤੋਂ ਇਲਾਵਾ, ਅਤੇ ਮਤਲਬ ਜਿਹੜੀ ਲੁੱਟ ਖੋਹ ਮਚੀ ਹੋਈ ਹੈ ਸਿਆਸੀ ਤੌਰ 'ਤੇ, ਉਸ ਤੋਂ ਇਲਾਵਾ ਹੋਰ ਪੰਜਾਬ ਨੂੰ ਕੀ ਦਿੱਤਾ? ਕਿੰਨੀ ਵੱਡੀਆਂ ਇਹ ਵਾਰਦਾਤਾਂ ਹੋ ਗਈਆਂ। ਹੋਰ ਫੇਲਰ ਕੀ ਹੁੰਦਾ ਗਵਰਨਮੈਂਟ ਦਾ? ਹੋਰ ਫੇਲਰ ਕਿਵੇਂ ਹੋਊਗਾ ਇਸ ਤੋਂ ਵੱਡਾ? ਤਾਂ ਬਿਲਕੁਲ ਗਵਰਨਰ ਦੀ ਰਾਜ ਲੱਗਣਾ ਚਾਹੀਦਾ। ਜੇ ਮਤਲਬ ਉਹਨਾਂ ਦੇ ਧਿਆਨ 'ਚ ਇਹ ਗੱਲ ਆਉਂਦੀ ਤਾਂ ਅਸੀਂ ਖੁਦ ਆਉਣ ਵਾਲੇ ਸਮੇਂ 'ਚ ਸ਼ਾਇਦ ਗਵਰਨਰ ਨੂੰ ਇਸ ਮਾਮਲੇ 'ਚ ਮਿਲਾਂਗੇ। ਪੰਜਾਬ ਦੇ ਮੰਤਰੀ ਨੇ ਜਿਹੜੇ ਉਹ ਗੁਜਰਾਤ ਵਿੱਚ 18 ਦਿਨ ਦੇ ਦੌਰੇ 'ਤੇ ਬੈਠੇ ਨੇ। ਜਿਹੜੀਆਂ ਬੱਸਾਂ ਆ ਉਹਨਾਂ ਦੇ ਅਧਿਕਾਰੀ ਹੜਤਾਲ ਕਰਕੇ ਬੈਠੇ ਨੇ, ਲੋਕ ਖੱਜਲ ਖੁਆਰ ਹੋ ਰਹੇ ਨੇ। ਅਤੇ ਜਿਹੜੇ ਲਾਲਜੀਤ ਭੁੱਲਰ ਮੰਤਰੀ ਨੇ ਉਹ ਗੁਜਰਾਤ ਵਿੱਚ ਜਾ ਕੇ ਚੋਣਾਂ ਦਾ ਪ੍ਰਚਾਰ ਕਰ ਰਹੇ ਨੇ। ਕਿਵੇਂ ਦੇਖਦੇ ਹੋ ਸਥਿਤੀਆਂ? ਉੱਥੇ ਤਾਂ ਜਿਹੜੇ ਉਹ ਕਿਹੜੇ ਗਾਰਡ ਆਫ ਗਵਰਨੈਂਸ ਜਿਹੜੇ ਲੋਕ ਜਿਹੜੇ ਇਹਨਾਂ ਨੇ ਕੱਢ ਦਿੱਤੇ, ਇਹਨਾਂ ਨੇ ਆ ਕੇ ਸਰਕਾਰ ਨੇ, ਜਿਹੜੇ ਕਿ ਉਹ ਕੈਪਟਨ ਅਮਰਿੰਦਰ ਵੇਲੇ ਉਹਨਾਂ ਨੂੰ ਕੋਈ ਰੁਜ਼ਗਾਰ ਦਿੱਤਾ ਗਿਆ ਸੀਗਾ, ਉਹ ਲੋਕ ਵੀ ਉੱਥੇ ਪਹੁੰਚੇ ਹੋਏ ਨੇ ਇਹਨਾਂ ਦਾ ਜਿਹੜਾ ਕੱਚੇ ਚਿੱਠੇ ਦੱਸਣ ਵਾਸਤੇ ਵੀ ਇੱਥੇ ਪੰਜਾਬ ਵਿੱਚ ਕੀ ਕਰ ਰਹੇ ਹੈ। ਠੀਕ ਹੈ, ਸਾਡਾ ਪਬਲਿਕ ਮਨੀ ਜਿਹੜਾ ਹੈਗਾ ਉੱਥੇ ਉਜਾੜਿਆ ਜਾ ਰਿਹਾ ਇਸ਼ਤਿਹਾਰਬਾਜ਼ੀ ਦੇ ਵਿੱਚ ਜਾ ਕੇ। ਅਤੇ ਜਿਨ੍ਹਾਂ ਦਾ ਜਿਹੜਾ ਸਿਸਟਮ ਸਾਰਾ ਇਹਨਾਂ ਦੀ ਜੋ ਮੰਤਰੀ ਹੈ, ਜੋ MLA ਉਹ ਗੁਜਰਾਤ ਜਾ ਕੇ ਬੈਠੇ ਆ। ਪਹਿਲਾਂ ਮੈਂ ਕਿਸੇ ਵੀਡੀਓ ਸ਼ੇਅਰ ਕੀਤੀ ਸੀ, ਉੱਥੇ ਜਾ ਕੇ ਨੱਚੀ ਜਾਂਦੇ ਡਾਂਡੀਏ 'ਤੇ। ਬਸ ਜੋ ਜਲੂਸ ਪੰਜਾਬ ਦਾ ਮਤਲਬ ਕਢਵਾ ਸਕਦੇ ਆ ਉਹ ਉੱਥੇ ਜਾ ਕੇ ਕਢਵਾ ਰਹੇ ਆ। ਪਰਪਸ ਇਹਨਾਂ ਦਾ ਹੈਗਾ ਜਿਹੜਾ ਜੋ ਹਿਮਾਚਲ 'ਚ ਵੀ ਉਹ ਹੈ ਅਤੇ ਗੁਜਰਾਤ 'ਚ ਵੀ ਹੈ ਵੀ ਕਾਂਗਰਸ ਨੂੰ ਡੈਮੇਜ ਕਰਨਾ। ਤਾਂ ਇਹ ਜਿਹੜਾ ਸਾਰੀ ਦੁਨੀਆ ਇਸ ਚੀਜ਼ ਨੂੰ ਜਾਣਦੀ ਕਿ ਕਿਸ ਵਰਕਿੰਗ 'ਤੇ ਇਹ ਕੰਮ ਕਰ ਰਹੇ ਹੈ। ਹਿਮਾਚਲ ਦੇ ਵਿੱਚ ਜਿੰਨੀ ਕੁ ਰਿਪੋਰਟ ਆਈ ਹੈ ਉੱਥੇ ਤਾਂ ਲੱਗਦਾ ਕਿ ਇਹਨਾਂ ਦੀ ਮਤਲਬ ਕੋਈ ਜਿਹੜੀ ਹੈਗੀ ਉੱਥੇ ਕੋਈ ਹਾਜ਼ਰੀ ਲੱਗਣੀ ਨਹੀਂ ਹੈਗੀ। ਅਤੇ ਗੁਜਰਾਤ ਵਿੱਚ ਵੀ ਮੈਂ ਸਮਝਦਾ ਹੁੰਦਾ ਕਿ ਐਸੀ ਗੱਲ ਨਹੀਂ ਹੈਗੀ ਕਿ ਇਹਨਾਂ ਦੇ ਨਾਲ ਕੋਈ ਕਾਂਗਰਸ ਨੂੰ ਡੈਮੇਜ ਕਰਦੇ ਹੈ। ਅਤੇ ਇੱਕ ਆਪੋਜੀਸ਼ਨ ਨੂੰ ਵੀ ਡੈਮੇਜ ਕਰਨਾ ਵੀ ਤਾਂ ਮਤਲਬ ਉਹੀ ਕੰਮ ਹੋ ਗਿਆ ਨਾ ਜਿਹੜਾ ਕਿ ਮਤਲਬ ਸੈਂਟਰ ਸਰਕਾਰ ਚਾਹੁੰਦੀ ਹੈ। ਸੋ ਇਹ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਬੜੀਆਂ ਗੁੱਝੀਆਂ, ਪਰ ਇਹਨਾਂ ਦਾ ਮਤਲਬ ਸਟੇਟ ਨੂੰ ਇਸ ਤਰ੍ਹਾਂ ਸੁਣਨਾ ਛੱਡ ਕੇ ਅਤੇ ਆਪ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਆਪਰੇਸ਼ਨ ਕਰਦੇ ਫਿਰਦੇ ਆ ਇਲੈਕਸ਼ਨ ਜਿੱਤਣ ਦੇ, ਉਹ ਬੜੇ ਮਤਲਬ ਮੰਦਭਾਗੀਆਂ ਗੱਲਾਂ। ਇੱਥੇ ਆਪਦਾ ਤਾਂ ਝੁੱਗਾ ਚੌੜ ਹੋਇਆ ਪਿਆ ਤੁਹਾਡਾ। ਲਾਅ ਐਂਡ ਆਰਡਰ ਦੀ ਇੱਥੇ ਪ੍ਰੋਬਲਮ ਹੈਗੀ ਹੈ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਮਿਲ ਰਹੀ। ਰੇਤਾ ਇੱਥੇ ਨਹੀਂ ਮਿਲ ਰਿਹਾ ਹੈਗਾ। ਕੋਈ ਹੋਰ ਜਿਹੜੀਆਂ ਅਸੈਂਸ਼ੀਅਲ ਅਕੋਮੋਡੇਟਸ ਹੈਗੀਆਂ, ਜਿਹੜੀਆਂ ਲੋੜ ਦੀਆਂ ਚੀਜ਼ਾਂ ਹੈਗੀਆਂ, ਉਹ ਹਰ ਚੀਜ਼ ਦੀ ਹਾਲਤ ਮਾੜੀ ਹੋਈ ਵੀ ਹੈ। ਅਤੇ ਹੁਣ ਐਵੇਂ ਜਿਹੜੇ ਕੁਝ ਭਗਤ ਲੋਕ ਇਹਨਾਂ ਦੇ ਕਹਿ ਦਿੰਦੇ ਆ ਜੀ ਸਰਕਾਰ ਠੀਕ ਹੈ, ਸਰਕਾਰ ਨੂੰ ਅਸੀਂ ਬਹੁਤ ਵੱਡਾ ਮੈਂਡੇਟ ਦੇ ਕੇ ਮਤਲਬ ਜਿਤਾਇਆ ਹੈਗਾ, ਪਰ ਟਾਈਮ ਕਿਉਂ ਦੇਵਾਂਗੇ? ਹੁਣ 7 ਮਹੀਨੇ ਤਾਂ ਹੋ ਗਏ, ਹੋਰ ਟਾਈਮ ਕੀ ਹੁੰਦਾ? ਕੁਛ 7 ਮਹੀਨਿਆਂ ਦੇ ਵਿੱਚ ਜੇ ਕੁਛ ਨਹੀਂ ਹੋ ਸਕਿਆ, ਪਿੱਛੇ ਨੂੰ ਜਾ ਰਹੇ ਹਾਂ, ਫਿਰ ਕਿਵੇਂ ਉਮੀਦ ਕਰਾਂਗੇ ਕਿ ਅਸੀਂ ਹੋਰ ਸਾਲ ਬਾਅਦ ਇਹ ਬਹੁਤ ਠੀਕ ਰਸਤੇ ਚੱਲ ਪੈਣਗੇ? ਤਾਂ ਉਹ ਸਮਾਂ ਜਿਹੜਾ ਹੈਗਾ ਜਾ ਰਿਹਾ, ਉਹ ਜਿਹੜਾ ਡੈਮੇਜ ਜਿਹੜਾ ਹੈਗਾ ਇਹ ਕੇਜਰੀਵਾਲ ਦੀਆਂ ਗਲਤ ਨੀਤੀਆਂ ਕਰਕੇ ਹੋ ਰਿਹਾ। ਜੇ ਅਸੀਂ ਪੰਜਾਬ ਦੇ ਵਿੱਚ ਇਸ ਨੂੰ ਦੁਬਾਰਾ ਅਸੈਸਮੈਂਟ ਇਹਦੀ ਕਰੀਏ ਤਾਂ ਅਸੀਂ ਭਗਵੰਤ ਮਾਨ ਨੂੰ ਪਿੱਛੇ ਪਾਸੇ ਕਰ ਦਿੰਦੇ। ਭਗਵੰਤ ਮਾਨ ਨੂੰ ਤਾਂ ਕਿਤੇ CM ਦਾ ਰੂਪ 'ਚ ਅਸੀਂ ਵੇਖਿਆ ਹੀ ਨਹੀਂ ਕਿ ਵੀ ਉਹ ਇੱਕ CM ਹੈਗਾ। ਜਦੋਂ ਉਹਨੇ ਹੁਕਮ ਹੀ ਉੱਥੋਂ ਲੈਣਾ ਸੈਂਟਰ 'ਚੋਂ ਜਾ ਕੇ, ਦਿੱਲੀ ਦਾ ਗੁਲਾਮੀ ਕਰਨੀ ਹੈ, ਤਾਂ ਜੋ ਪਹਿਲਾਂ ਕਾਂਗਰਸੀ ਕਰਦੇ ਸੀਗੇ, ਜੋ ਅਕਾਲੀ ਕਰਦੇ ਸੀਗੇ, ਉਹ ਚੀਜ਼ ਇਹ ਚਲੀ ਜਾਂਦੀ ਹੈ। ਤਾਂ ਜਿੰਨਾ ਚਿਰ ਕੋਈ ਮਤਲਬ ਲੋਕਲ ਜਿਹੜਾ ਹੈਗਾ ਫਰੰਟ ਜਿਹੜੀ ਹੈਗੀ, ਲੋਕਲ ਖੇਤਰੀ ਲੋਕ ਜਿਹੜੇ ਹੈਗੇ ਇਕੱਠੇ ਹੋ ਕੇ ਕੋਈ ਚੀਜ਼ ਫਰੰਟ ਨਹੀਂ ਬਣਾਉਂਦੇ, ਉਹਨਾਂ ਚਿਰ ਜਿਹੜਾ ਹੈਗਾ ਪੰਜਾਬ ਦਾ ਫਿਊਚਰ ਹੈ ਇਸ ਤਰੀਕੇ ਦਾ ਹੀ ਹਾਲਾਤ ਬਣੇ ਰਹਿਣਗੇ। ਪਰ ਮਤਲਬ ਉਮੀਦ ਕਰਦੇ ਹਾਂ ਕਿ ਕੁਛ ਜਿਹੜੀ ਹੈਗੀ ਹੈ, ਜਿਹੜੀ ਇੱਕ ਹੁੰਦੇ ਕੋਈ ਚੀਜ਼ ਧੂੰਆਂ ਉੱਠਣ ਤੋਂ ਪਹਿਲਾਂ ਮਤਲਬ ਇੱਕ ਚੀਜ਼ ਕੋਈ ਬਣਦੀ ਹੈ ਜਿਹੜੀ ਥੱਲੇ, ਉਹ ਅੱਗ ਜਿਹੜੀ ਹੈਗੀ ਪੰਜਾਬ ਵਿੱਚ ਇਸ ਟਾਈਮ ਜਿਹੜੀ ਹੈਗੀ ਬਣ ਰਹੀ ਹੈ। ਕੋਈ ਚੌਥਾ ਫਰੰਟ ਜਿਹੜਾ ਹੈਗਾ, ਕੁਛ ਸੁਹਿਰਦ ਲੋਕ ਜੇ ਅੱਗੇ ਆ ਕੇ ਸਮਾਂ ਵਿਚਾਰਨਗੇ ਤਾਂ ਪੰਜਾਬ ਦੇ ਲੋਕ ਜਿਹੜੇ ਹੈਗੇ ਬਿਲਕੁਲ ਤਿਆਰ ਬੈਠੇ ਹੈ ਆਉਣ ਵਾਲੇ ਸਮੇਂ 'ਚ ਇੱਕ ਹੋਰ ਵੱਡੀ ਚੇਂਜ ਦੇ ਵਾਸਤੇ। ਜੀ ਸ਼ੇਖੋ ਸਾਹਿਬ, ਅਕਾਲੀ ਦਲ ਦੀ ਰਾਜਨੀਤੀ ਨੂੰ ਜੇ ਪਿਛਲੇ 10 ਸਾਲ 'ਚ ਝਾਤ ਮਾਰ ਲਈਏ, ਡੇਰਾ ਸਰਸਾ ਮੁਖੀ ਦੇ ਖਿਲਾਫ ਕਦੀ ਵੀ ਕੋਈ ਗੱਲ ਹੁੰਦੀ ਸੀ ਤੇ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਸੀ। ਨਾ ਸੁਖਬੀਰ ਬਾਦਲ ਬੋਲੇ, ਨਾ ਇਹ ਸਿਕੰਦਰ ਮਲੂਕਾਂ ਵਾਲੀ ਟੀਮ ਜਿਹੜੀ ਸੀ ਭੁੰਦੜ ਵਾਲੀ ਸਾਰੀ ਕੋਈ ਬੋਲਦੀ ਨਹੀਂ ਸੀਗੀ ਡੇਰਾ ਮੁਖੀ ਦੇ ਖਿਲਾਫ। ਬਿਕਰਮ ਸਿੰਘ ਮਜੀਠੀਆ ਨੇ ਕੱਲ੍ਹ ਆਪਣੇ ਹਲਕੇ ਦੇ ਵਿੱਚ ਇਕੱਠ ਕੀਤਾ ਅਤੇ ਉੱਥੇ ਉਹਨੇ ਬੜੀ ਧਾਕੜ ਆਵਾਜ਼ ਵਿੱਚ ਚੋਰ, ਠੱਗ, ਲਟੇਰਾ, ਬਲਾਤਕਾਰੀ ਤੱਕ ਸ਼ਬਦ ਜਿਹੜੇ ਆ ਉਹ ਸਿਰਸਾ ਮੁਖੀ ਨੂੰ ਵਰਤੇ ਆ। ਕਿਵੇਂ ਦੇਖਦੇ ਇਸ ਗੱਲ? ਇਹ ਉਹੀ ਮਜੀਠੀਆ ਹੈਗਾ ਜਿਹੜਾ ਉਹਦੇ ਚਰਨਾਂ 'ਚ ਹੱਥ ਜੋੜ ਕੇ ਵੀ ਖੜਾ ਹੈ। ਬਹੁਤ ਫੋਟੋਆਂ ਜਿਹੜੀਆਂ ਹੈਗੀਆਂ ਸਾਰੀ ਦੁਨੀਆ ਦੇਖਦੀ ਹੈਗੀ ਹੈ। ਸਾਰਾ ਪਰਿਵਾਰ ਹੀ ਹੈਗਾ, ਬਾਦਲ ਵੱਡਿਆ ਹੈ, ਉਹ ਸੁਖਬੀਰ ਬਾਦਲ ਹੈਗਾ, ਬੀਬੀ ਹੈਗੀ ਹੈ, ਸਾਰੇ ਦੇ ਸਾਰੇ ਉਹਨਾਂ ਦੇ ਮਤਲਬ ਹਰੇਕ ਇਲੈਕਸ਼ਨਾਂ ਦੇ ਵਿੱਚ ਜਾ ਕੇ ਮਤਲਬ ਉਹਦੇ ਚਰਨਾਂ 'ਚ ਬੈਠਦੇ ਰਹੇ ਹੈ। ਅੱਜ ਜਿਹੜੀ ਹੈਗੀ ਕੋਈ ਚੀਜ਼ ਘਾਉਣ ਦੀ ਜਿਹੜੀ ਡਿਊਟੀ ਲੱਗਦੀ ਹੈ,
ਹੁਣ ਮਜੀਠੀਆ ਸਭ ਨੂੰ ਪਤਾ ਹੈ ਕਿ ਇਹਦੇ ਖਿਲਾਫ ਐਡੀ ਵੱਡੀ ਐਵੀਡੈਂਸ ਸੀਗੀ ਜਿਹੜੀ ਆਪਣੇ ਡਰੱਗ ਕੇਸ ਦੇ ਵਿੱਚ, ਉਹਦੇ ਵਿੱਚ ਹਾਈ ਕੋਰਟ ਨੇ ਅੱਖਾਂ ਬੰਦ ਕਰਕੇ ਇਹਨੂੰ ਬੇਲ ਦਿੱਤੀ, ਜਿਹੜੀ ਕਿ ਦਿੱਤੀ ਨਹੀਂ ਜਾ ਸਕਦੀ, ਠੀਕ ਹੈ। ਤੇ ਉਹ ਕਿਤੇ ਹਾਈ ਕੋਰਟ ਦੇ ਜੱਜਾਂ ਨੇ ਥੋੜ੍ਹਾ ਦੇ ਦਿੱਤੀ, ਇਹਨੂੰ ਪਿੱਛੋਂ ਡਾਇਰੈਕਸ਼ਨ ਆਈ ਹੈ, ਸਰਕਾਰ ਨੇ ਦਿੱਤੀ ਹੈ ਵੱਡੀ, ਮਤਲਬ ਜਿਹੜੀ ਸੈਂਟਰ ਵੱਲੋਂ ਜਿੰਨਾ ਚਿਰ ਇਹੋ ਜਿਹੇ ਕੇਸ ਵਿੱਚ ਡਾਇਰੈਕਸ਼ਨ ਨਾ ਹੋਵੇ ਤਾਂ ਕਿਵੇਂ ਮਤਲਬ ਇਹਨੂੰ ਬੇਲ ਮਿਲ ਸਕਦੀ ਸੀਗੀ। ਤਾਂ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਇਹੋ ਜਿਹੀਆਂ ਫੈਸਿਲਿਟੀਜ਼ ਲਈਆਂ ਹੋਈਆਂ ਉਹਨੂੰ ਪੇ ਬੈਕ ਕਰਨ ਦਾ ਵੀ ਸਮਾਂ ਹੈਗਾ। ਤਾਂ ਇਹ ਜਿਹੜੀਆਂ ਮਜੀਠੀਆ ਦੇ ਇਹੋ ਜਿਹੇ ਜਿਹੜੇ ਬਿਆਨ ਹੈਗੇ ਇਹਦੇ ਪਿੱਛੇ ਕੋਈ ਹੋਰ ਸੁਨੇਹੇ ਹੈਗੇ, ਕੁਛ ਹੋਰ ਪਾਵਰ 'ਚ ਕੰਮ ਕਰਦੀਆਂ ਜਿਨ੍ਹਾਂ ਦੇ ਕਰਕੇ ਇਹਨਾਂ ਨੂੰ ਇਹ ਕਹਿਣਾ ਪੈਂਦਾ। ਅਤੇ ਅੱਜ ਇਹਨਾਂ ਦੇ ਕਹਿਣ ਦੀ ਕੀਮਤ ਕੀ ਹੈਗੀ ਹੈ? ਤੁਸੀਂ ਕੱਲ੍ਹ ਤੱਕ ਤਾਂ ਉਹਨਾਂ ਦੇ ਮਤਲਬ ਗੋਡਿਆਂ 'ਚ ਬੈਠਦੇ ਰਹੇ ਹੋ, ਅੱਜ ਤੁਸੀਂ ਉਹਨਾਂ ਨੂੰ ਕੰਡੈਮ ਕਰਦੇ ਹੋ। ਆਪਣਾ ਇੱਕ ਸਟੈਂਡ ਤਾਂ ਰੱਖਣਾ ਚਾਹੀਦਾ ਨਾ। ਨਾਲੇ ਫਿਰ ਪਹਿਲਾਂ ਕਿਉਂ ਨਹੀਂ ਬੰਦੀਆਂ ਦੀ ਗੱਲ ਕਰ ਰਹੇ, ਬੰਦੀ ਸਿੱਖਾਂ ਦੀ? ਇਹਨਾਂ ਨੇ ਇੰਨੀਆਂ ਸਰਕਾਰਾਂ 97 ਚੋਂ ਕੱਢਦੀ 25 ਚੋਂ ਸਭ ਤੋਂ ਵੱਡਾ ਸਮਾਂ ਤਾਂ 3 ਸਰਕਾਰਾਂ ਇਹਨਾਂ ਦੀ ਰਹੀਆਂ। 15 ਸਾਲ ਦੇ ਵਿੱਚ ਤੁਸੀਂ ਉਦੋਂ ਬੰਦੀ ਸਿੰਘ ਜੇਲ੍ਹ 'ਚ ਹੀ ਸੀਗੇ, ਉਦੋਂ ਨਹੀਂ ਸਾਨੂੰ ਯਾਦ ਆਏ। ਇਹ ਤੁਹਾਨੂੰ ਰੋਕ ਰਿਹਾ ਮੈਂ, ਕੱਲ੍ਹ ਉਹਨੇ ਜਦੋਂ ਰਾਜੋਆਣਾ ਦਾ ਨਾਂ ਲਿਆ ਤਾਂ ਗੱਚ ਭਰ ਆਇਆ ਉਹਦਾ, ਕਹਿੰਦਾ ਮੈਨੂੰ ਬਹੁਤ ਦਰਦ ਆ, ਉਸ ਬੰਦੇ ਨੂੰ ਕਿਉਂ ਨਹੀਂ ਪਰੋਲ ਮਿਲ ਰਹੀ, ਉਸ ਬੰਦੇ ਨੂੰ ਕਿਉਂ ਨਹੀਂ ਰਿਹਾਈ ਮਿਲ ਰਹੀ। ਇਹ ਗੱਚ ਇਹਨਾਂ ਦੇ ਜਿਹੜੇ ਉੱਤੇ ਉੱਤੋਂ ਹੀ ਭਰਦੇ ਆ, ਠੀਕ ਹੈ। ਇਹ ਨਕਲੀ ਜਿਹੜੇ ਹੰਝੂ ਰੱਖੇ ਹੋਏ ਇਹਨਾਂ ਨੇ ਲੋਕਾਂ ਨੂੰ ਵਿਖਾਉਣ ਵਾਸਤੇ। ਤਾਂ ਇਸ ਕਰਕੇ ਇਹ ਗੱਚ ਜਿਹੜੇ ਹੈਗੇ ਆ ਇਹ ਜਿਹੜੇ ਮਗਰਮੱਛ ਦੇ ਜਿਹੜੇ ਹੰਝੂ ਹੈ ਨਾ, ਇਹ ਉਹ ਹੈ। ਇਸ ਕਰਕੇ ਅਸਲ ਦੇ ਵਿੱਚ ਤਾਂ ਇਹ ਢੱਡੋਂ ਖੁਸ਼ ਨੇ, ਇਹ ਕਦੇ ਵੀ ਨਹੀਂ ਚਾਹੁੰਦੇ ਹੁਣ, ਕਿਉਂਕਿ ਬੇਹਯਾਈ ਇਹਨਾਂ ਦੀ ਬਹੁਤ ਜ਼ਿਆਦਾ ਤਾਂ ਹੋ ਰਹੀ ਹੈ ਕਿ ਉਹ ਜਿਹੜਾ ਰਾਜੀਵ ਗਾਂਧੀ ਵਾਲੇ ਜਿਹੜੇ ਮਰਡਰ ਵਾਲੇ ਉਹ ਜਿਹੜੇ ਹੈਗੇ ਆ ਉਹ ਬੰਦੇ ਛੱਡੇ ਗਏ ਆ। ਇਹ ਲੋਕ ਜਿਹੜੇ ਹੈਗੇ ਸਜ਼ਾ ਭੁਗਤਣ ਤੋਂ ਬਾਅਦ ਵੀ ਨਹੀਂ ਕਿਸੇ ਨੇ, ਕਿਉਂਕਿ ਸਟੇਟ ਜਿਹੜੀ ਹੈਗੀ ਕੋਈ ਪੈਰਵਾਈ ਨਹੀਂ ਕਰਦੀ ਇਹਨਾਂ ਦੀ। ਉਹਨਾਂ ਦੇ ਪਿੱਛੇ ਕੋਈ ਸਟੇਟਾਂ ਨੇ ਪੈਰਵਾਈ ਕੀਤੀਆਂ ਤਾਂ ਕੁਛ ਹੋਇਆ, ਗਵਰਨਰ ਨੇ ਕੁਛ ਸਿਫਾਰਸ਼ਾਂ ਭੇਜੀਆਂ, ਜੋ ਵੀ ਹੈਗਾ ਉਹਦੇ ਪਿੱਛੇ ਇੱਕ ਬੈਕਗਰਾਊਂਡ ਹੈ। ਤੇ ਇੱਥੇ ਤਾਂ ਇਹ ਹੈ ਹੀ ਨਹੀਂ। ਇੱਥੇ ਜਦੋਂ ਸਟੇਟ ਇਹ ਬਹਿ ਜਾਂਦੇ ਆ ਕੇ ਕੁਰਸੀਆਂ 'ਤੇ, ਉਦੋਂ ਤਾਂ ਲੁੱਟ ਖੋਹ ਤੋਂ ਬਿਨਾਂ ਇਹਨਾਂ ਨੂੰ ਕੋਈ ਹੋਰ ਦਿਸਦਾ ਕੁਛ ਨਹੀਂ ਗਾ। ਅਤੇ ਅੱਜ ਉਹ ਬੰਦੇ, ਹੁਣ ਸਾਡੇ ਵਰਗਾ ਬੰਦਾ ਤਾਂ ਕਹੇ ਜਿਹਦੇ ਕੋਲ ਕਦੇ ਪਾਵਰ ਨਹੀਂ ਸੀ, ਜਾਂ ਅਸੀਂ ਕਹੀਏ ਜੀ ਇਹ ਹੋਣਾ ਚਾਹੀਦਾ। ਜਦੋਂ ਤੁਹਾਡੇ ਕੋਲ ਸਰਕਾਰਾਂ ਰਹੀਆਂ, 3 ਸਰਕਾਰਾਂ ਤੁਸੀਂ ਚਲਾ ਕੇ 15 ਸਾਲ ਵਿੱਚ, ਉਦੋਂ ਵੀ ਤਾਂ ਇਹ ਮਤਲਬ ਬੰਦੀ ਸਿੰਘ ਉੱਥੇ ਸੀਗੇ। ਸੈਂਟਰ ਦੀਆਂ ਤੁਹਾਡੇ ਕੋਲ ਵਜ਼ੀਰੀਆਂ ਰਹੀਆਂ, ਬੀਜੇਪੀ ਦੇ ਨਾਲ ਬਿਲਕੁਲ ਮਤਲਬ ਪੂਰੀ ਸਟਰੋਂਗ ਜਿਹੜੀ ਇਹਨਾਂ ਦਾ ਸੀਗਾ, ਮਤਲਬ ਜਿਹੜਾ ਹੁਣ ਟੁੱਟਿਆ ਉਹ ਗੱਠਜੋੜ ਜਿਹੜਾ ਸੀਗਾ। ਅਤੇ ਉਦੋਂ ਕੀ ਦਿੱਕਤ ਸੀਗੀ? ਤਾਂ ਇਹ ਸਭ ਚੀਜ਼ਾਂ ਪਲੈਨਡ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਸਟੋਰੀਆਂ। ਹੁਣ ਲੋਕ ਜਿਹੜੇ ਹੈਗੇ ਜਾਗੇ ਹੋਏ ਆ। ਮਜੀਠੀਆ ਦਾ ਖਾਸ ਤੌਰ 'ਤੇ ਪੰਜਾਬ ਦਾ ਸਭ ਤੋਂ ਵੱਡਾ ਮੁਲਜ਼ਮ ਹੈ। ਅੱਤਵਾਦ ਵਿੱਚ ਵੀ ਐਡਾ ਨੁਕਸਾਨ ਨਹੀਂ ਹੋਇਆ ਜਿੱਡਾ ਨੁਕਸਾਨ ਹੈ ਮਤਲਬ ਇਹ ਡਰੱਗ ਦੇ ਨਸ਼ੇ ਨੇ ਸਾਡੀ ਸਟੇਟ ਦਾ ਕੀਤਾ, ਕਈ ਗੁਣਾ ਵੱਡਾ, ਠੀਕ ਹੈ। ਬੀਨਾਸ ਕਰ ਦਿੱਤਾ ਇਹਨਾਂ ਨੇ ਤਾਂ ਸਾਡੀ ਅਗਲੀ ਪੀੜ੍ਹੀ ਪੈਦਾ ਹੋਣ ਤੋਂ ਮਤਲਬ ਉਹਦੇ 'ਤੇ ਵੀ ਇੱਕ ਐਡਾ ਵੱਡਾ ਮਤਲਬ ਸਵਾਲੀਆ ਚਿੰਨ੍ਹ ਖੜਾ ਕੀਤਾ। ਇਹ ਪਾਪਾਂ ਦੇ ਭਾਗੀ, ਮਤਲਬ ਇਹਨਾਂ ਨੂੰ ਪਤਾ ਨਹੀਂ ਕਿੱਥੇ ਜਗ੍ਹਾ ਮਿਲੂਗੀ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੇ ਗੁਨਾਹ ਇਹਨਾਂ ਨੇ ਕੀਤੇ ਹੋਏ ਆ। ਤਾਂ ਸੋ ਇਹ ਜੇ ਸੋਚਣ ਆਉਣ ਵਾਲੇ ਸਮੇਂ ਵਿੱਚ ਲੋਕ ਜਾਗਦੇ ਆ, ਜਗਾਉਣ ਵਾਲੇ ਲੋਕ ਵੀ ਬੈਠੇ ਆ। ਅਤੇ ਇਹ ਮਜੀਠੀਆ ਹੋਰੀ ਤਾਂ ਬਹੁਤ ਵੱਡੇ ਗੁਨਾਹਗਾਰ ਹੈ ਪੰਜਾਬ ਦੇ। ਜੀ, ਗੱਲ ਲੁਧਿਆਣੇ ਸ਼ਹਿਰ ਦੀ ਕਰੀਏ ਤਾਂ ਧਾਕੜ ਕਾਂਗਰਸ ਦਾ ਲੀਡਰ ਜਿਹੜਾ ਪਿਛਲੇ ਲਗਭਗ 2.5-3 ਮਹੀਨੇ ਤੋਂ ਜੇਲ੍ਹ ਦੇ ਅੰਦਰ ਆ, ਪੁਲਿਸ ਨੇ, ਵਿਜੀਲੈਂਸ ਨੇ ਚਲਾਨ ਪੇਸ਼ ਕਰ ਦਿੱਤਾ 1550 ਪੰਨੇ ਦਾ। ਕਿਵੇਂ ਦੇਖਦੇ ਹੋ ਕਿ ਜਿਹੜਾ ਉਹ ਟੈਂਡਰ ਘੁਟਾਲਾ ਸੀਗਾ ਉਹਨੂੰ ਕੋਈ ਅੰਜਾਮ ਮਿਲ ਸਕਦਾ? ਬਿਲਕੁਲ ਮਿਲੂਗਾ ਜੀ। ਮੈਂ ਬਿਲਕੁਲ ਫਿਰ ਕ੍ਰੈਡਿਟ ਜਿਹੜਾ ਹੈਗਾ ਇਹਦੇ ਚੀਫ ਨੂੰ ਦੇਣ ਤੋਂ ਬਿਲਕੁਲ ਮੈਂ ਸੰਕੋਚ ਨਹੀਂ ਕਰੂੰਗਾ ਕਿ ਇਹ ਚਲਾਨ ਤਾਂ ਹੀ ਪੇਸ਼ ਹੋ ਗਿਆ ਕਿ ਮਤਲਬ ਇੱਥੇ ਵਰਿੰਦਰ ਕੁਮਾਰ ਜਿਹੜਾ ਅਗਵਾਈ ਕਰ ਰਿਹਾ ਇਸ ਡਿਪਾਰਟਮੈਂਟ ਦੀ, ਠੀਕ ਹੈ। ਨਹੀਂ ਤਾਂ ਇਹ ਚਲਾਨ ਹੀ ਨਹੀਂ ਪੇਸ਼ ਹੋਣਾ ਸੀਗਾ। ਇਹਦੇ ਪਿੱਛੇ ਵੀ ਥੋੜ੍ਹੀ ਬਹੁਤ ਕਸ਼ਮਕਸ਼ ਸੀਗੀ, ਚਲੋ ਨਹੀਂ ਹੋ, ਜਦੋਂ ਗੱਲ ਨਿਬੜ ਗਿਆ ਔਰ ਉਹਦੇ ਵਿਸ਼ੇ 'ਤੇ ਗੱਲ ਕਰਨੀ ਉਹ ਬਣਦੀ ਨਹੀਂ। ਬਹੁਤ ਠੀਕ ਗੱਲ ਹੋਈ ਹੈ, ਇਨ ਟਾਈਮ ਚਲਾਨ ਪੇਸ਼ ਹੋਇਆ ਤਾਂ ਜਿਹੜੀ ਜ਼ਮਾਨਤ ਜਿਹੜੀ ਹੈਗੀ ਸੀ ਉਹਨੂੰ ਮਿਲਣ ਦੇ ਚਾਂਸ ਜਿਹੜੇ ਅੱਗੇ ਜਾ ਕੇ ਖਤਮ ਹੋ ਜਾਣਗੇ। 21 ਤਰੀਕ ਨੂੰ ਵੈਸੇ ਲੱਗੀ ਹੋਈ ਹੈ ਇੱਕ ਕੇਸ ਦੁਬਾਰਾ, ਜਿਹੜਾ ਦੂਜੇ 'ਚ ਇਹਨੂੰ ਉੱਥੇ ਜਲੰਧਰ ਫੜਿਆ ਸੀਗਾ ਅਤੇ ਉਹਦੇ 'ਚ ਇਹਨੇ ਬੇਲ ਲਾਈ ਸੀਗੀ, ਦੁਬਾਰਾ ਉਹਨਾਂ ਕੁਐਸ਼ਿੰਗ ਲਾਈ ਸੀਗੀ। ਉਹ ਕੁਐਸ਼ਿੰਗ ਸੇਮ ਉਸੇ ਜੱਜ ਦੇ ਲੱਗੀ ਜਿਹਨੇ ਪਹਿਲਾਂ ਮਤਲਬ ਇਹਦੀ ਜਿਹੜੀ ਜ਼ਮਾਨਤ ਜਿਹੜੀ ਰਿਜੈਕਟ ਕੀਤੀ ਹੈ। ਹੁਣ ਉਹ ਜਿਹੜੇ ਜੱਜ ਰਾਜਮੋਹਨ ਹੈਗੇ ਆ, ਮੈਂ ਨਾਮ ਲੈ ਕੇ ਦੱਸਦਾ ਹੁੰਦਾ, ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਵੀ ਜੋ ਤੁਸੀਂ ਪਹਿਲਾਂ ਬੇਲ ਡਿਸਮਿਸ ਕੀਤੀ ਹੋਈ ਹੈ ਇਹਨੂੰ ਡਿਸਮਿਸ ਕਰ ਦਿਓ। ਉਹਨਾਂ ਨੇ ਵਾਪਸ ਭੇਜਦੇ ਵੀ ਕਿਸੇ ਹੋਰ ਨੂੰ ਦੇ ਦਿਓ। ਇੱਥੇ ਆ ਕੇ ਫਿਰ ਕਈ ਵਾਰੀ ਆਉਂਦਾ ਵੀ ਇਹ ਕੀ ਕਰਦੇ ਹੋ ਤੁਸੀਂ, ਜੋ ਤੁਸੀਂ ਸੁਣਿਆ ਹੋਇਆ, ਤੁਹਾਨੂੰ ਸਭ ਕੁਝ ਪਤਾ, ਸੇਮ ਨੇਚਰ ਦਾ ਕੇਸ ਹੈ, ਉਹੀ ਐਲੀਗੇਸ਼ਨ ਨੇ, ਉਹੀ ਢੋਆ-ਢਵਾਈ ਹੈ ਨਕਲੀ ਗੱਡੀ ਜੋ ਮਤਲਬ ਇਹਨਾਂ ਨੇ ਇਹਦੇ ਵਿੱਚ ਹੈਗਾ, ਅਤੇ ਉਹਦੇ 'ਚ ਦੁਬਾਰਾ ਵਾਪਸ ਭੇਜਣ ਦਾ ਕੀ ਆਈਡੀਆ? ਡਿਸਮਿਸ ਕਿਉਂ ਨਹੀਂ ਕੀਤੀ ਉਹ? ਤਾਂ ਹੁਣ ਮੇਰੇ ਖਿਆਲ ਹੈ ਇੱਕ ਅਪਰਚੁਨਿਟੀ ਦਿੱਤੀ ਹੈ ਵੀ ਕਿਸੇ ਹੋਰ ਜੱਜ ਦੇ ਲੱਗੂਗੀ, ਅਤੇ ਉਹ 21 ਤਰੀਕ ਨੂੰ ਲੱਗੂ। ਦੇਖਾਂਗੇ ਜਿਹੜੇ ਜੱਜ ਦੇ ਲੱਗੂਗੀ ਉਹਨੂੰ ਵੀ ਕੋਈ ਫਰਿਆਦ ਕਰਾਂਗੇ ਵੀ ਜਿਹੜੇ ਗੁਨਾਹਗਾਰ ਬੰਦੇ ਜਿਹੜੇ ਬੈਠੇ ਆ ਬੜੀ ਮੁਸ਼ਕਿਲ ਨਾਲ, ਪਤਾ ਨਹੀਂ ਇਹਨਾਂ ਦੇ ਕਰਮਾਂ 'ਚ ਕਿਵੇਂ ਲਿਖੀ ਹੋਈ ਸੀ ਇਹ ਜੇਲ੍ਹ ਯਾਤਰਾ, ਅਤੇ ਅੱਜ ਜੇ ਪਹੁੰਚ ਹੀ ਗਏ ਆਪਣੇ ਟਿਕਾਣੇ ਤਾਂ ਘੱਟੋ ਘੱਟ ਹਾਈ ਕੋਰਟ ਜਿਹੜੀ ਹੈਗੀ ਹੈ ਮਜੀਠੀਏ ਵਾਂਗੂ ਇਹ ਕੰਮ ਨਾ ਦੁਹਰਾਵੇ, ਠੀਕ ਹੈ। ਕਿ ਜਿਹੜੇ ਮਤਲਬ ਕਲਿਆਣੀ ਜਿਹੜੀ ਹੈਗੀ ਆ ਉਹ ਸਿੱਪੀ ਸ਼ੂਟਰ ਦੇ ਜਿਹੜੀ ਮਰਡਰ ਦੇ ਵਿੱਚ ਡਾਇਰੈਕਟ ਇਨਵੋਲਵ ਸੀਗੀ, ਉਹ ਲੋਕ ਜਿਹੜੇ ਅੱਜ ਘਰਾਂ 'ਚ ਬੈਠੇ ਆ, ਮਜੀਠੀਆ ਹਿੱਕ 'ਤੇ ਤੁਰਿਆ ਫਿਰਦਾ, ਵੱਡੀਆਂ ਵੱਡੀਆਂ ਗੱਲਾਂ ਕਰਦਾ, ਹੁਣ ਤਾਂ ਜੇਲ੍ਹ ਚਾਹੀਦਾ ਸੀਗਾ। ਅਤੇ ਪਰ ਹਾਈ ਕੋਰਟਾਂ ਲੀਡਰ ਬਣਾਉਂਦੀਆਂ ਨੇ ਇਹਨਾਂ ਨੂੰ, ਹਾਈ ਕੋਰਟਾਂ ਦੇ ਵੀ ਪਿੱਛੇ ਬੈਠਾ। ਮੈਂ ਹਾਈ ਕੋਰਟ ਬਾਰੇ ਬਹੁਤ ਬੋਲਦਾ ਹੁੰਦਾ, ਪਰ ਮੈਂ ਅੱਜ ਥੋੜ੍ਹਾ ਜਿਹਾ ਡਿਫਰੈਂਟ ਵੀ ਆਪਣੀ ਗੱਲ ਕਰਨੀ ਚਾਹਾਂਗਾ ਕਿ ਇਹ ਨਹੀਂ ਹੈਗਾ ਕਿ ਹਾਈ ਕੋਰਟ ਜਿਹੜੀ ਹੈਗੀ ਸਾਰੀ ਦਾ ਬੇੜਾ ਗਰਕ ਹੋਇਆ ਹੋਇਆ। ਉੱਥੇ ਹੈਗੇ ਨੇ ਕੁਛ ਲੋਕ, ਪਰ ਗੱਲ ਹੈ ਕਿ ਜਿਹੜੇ ਲੋਕ ਚੰਗੇ ਹੈ ਉਹ ਕਮਜ਼ੋਰ ਨੇ,
ਉਹ ਕੁਝ ਕਰ ਨਹੀਂ ਸਕਦੇ, ਉਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਜਿਹੜੇ ਕਰਪਟ ਹੈਗੇ ਆ ਉਹ ਮਿੰਟੋ ਮਿੰਟੀ ਕਹਿੰਦੇ ਲਿਆਓ ਸਮਾਨ ਤੇ ਜੋ ਮਰਜ਼ੀ ਖਵਾ ਲਓ ਸਾਡੇ ਤੋਂ। ਦਿੱਕਤ ਇਹ ਜਿਹੜੇ ਬੰਦੇ ਇਮਾਨਦਾਰ ਹੈ, ਜਿਹੜੇ ਬੰਦੇ ਚੰਗੇ ਆ, ਉਹਨਾਂ ਨੂੰ ਸਟਰੋਂਗ ਹੋਣ ਦੀ ਲੋੜ ਹੈ, ਉਹਨਾਂ ਨੂੰ ਇਹੋ ਜਿਹੇ ਡਿਸੀਜਨ ਲੈਣ ਦੀ ਲੋੜ ਹੈਗੀ ਹੈ ਜਿਹੜੇ ਕਿ ਦਿਖਾਈ ਦੇਵੇ ਵੀ ਹਾਈ ਕੋਰਟ ਸਾਡੀ ਦਾ ਅਕਸ ਇੰਨਾ ਥੱਲੇ ਆਇਆ ਹੋਇਆ, ਇਹਨੂੰ ਠੀਕ ਕਰੀਏ। ਅਸੀਂ ਸੂਮੋਟੋ ਨੋਟਿਸ ਲੈਣ ਦੀ ਲੋੜ ਹੈ। ਕਿੰਨਾ ਕਿੰਨਾ ਕੁਛ ਪੰਜਾਬ ਦੇ ਵਿੱਚ ਵਾਪਰ ਰਿਹਾ, ਕਦੇ ਕਦੇ ਸੁਣਿਆ ਕਦੇ ਵੀ ਹਾਈ ਕੋਰਟ ਨੇ ਆਪਣੇ ਤੌਰ ਤੇ ਕੋਈ ਕਿਹਾ ਹੋਵੇ ਕੀ ਕੁਛ ਇੱਥੇ ਹੋਇਆ? 1.5 ਸਾਲ ਤਾਂ ਅਸੀਂ ਧਰਨਾ ਲਾ ਕੇ ਬੈਠੇ ਰਹੇ ਹਾਂ ਬਲਾਤਕਾਰ ਦੇ ਇੱਕ ਕੇਸ ਦੇ ਵਿੱਚ, ਦੱਸਦਾ ਨਹੀਂ ਸੀ ਹਾਈ ਕੋਰਟ ਨੂੰ। ਜਾਂ ਹੋਰ ਆਗਾਂ ਅਗਲੇ ਬਹੁਤ ਕੁਛ ਇੱਥੇ ਇਸ ਟਾਈਮ ਚੱਲ ਰਿਹਾ, ਠੀਕ ਹੈ। ਇੱਕ ਇਨਸੀਡੈਂਟ ਹੋਇਆ ਉੱਥੇ ਜਲੰਧਰ ਦੇ ਸੌਰੀ ਅੰਮ੍ਰਿਤਸਰ ਦੇ ਵਿੱਚ, NRI ਫੈਮਿਲੀ ਆਈ ਸੀਗੀ, ਉਹ ਠੇਕੇਦਾਰਾਂ ਨੇ ਸ਼ਰਾਬਦਿਆਂ ਨੇ ਉਹਨਾਂ ਨੂੰ ਸਾਰੀ ਪਰਿਵਾਰ ਨੂੰ ਕੁੱਟਿਆ। ਕੀ ਕੁਛ ਮਤਲਬ ਹੋਇਆ? ਰਾਜਨੀਤੀ ਤਾਂ ਹੁਣ ਕਰੀ ਜਾਂਦੇ ਉਹਦੇ ਤੇ ਉਹ ਤੇ ਵੀ ਹਾਈ ਕੋਰਟ ਨੂੰ ਦਿਖਾਈ ਨਹੀਂ ਦਿੰਦਾ ਗਾ? ਕਿਉਂ ਨਹੀਂ ਮਤਲਬ ਡਾਇਰੈਕਸ਼ਨ ਦਿੰਦੇ ਵੀ ਉਹ ਤੇ ਉਹ ਸਾਰੀਆਂ ਉਹਦੀ ਫੁਟੇਜ ਹੈਗੀਆਂ, ਜੋ ਬਦਮਾਸ਼ੀ ਉੱਥੇ ਚੱਲ ਰਹੀ ਹੈ। ਤੇ ਕੀ ਅਸੀਂ ਕੱਲ੍ਹ ਨੂੰ ਸੋਚ ਸਕਦੇ ਹਾਂ ਕਿ NRI ਬੰਦੇ ਇੱਥੇ ਆ ਕੇ ਮਤਲਬ ਕੋਈ ਇੱਥੇ ਬਿਜ਼ਨਸ ਕਰਨਗੇ ਜਾਂ ਉਹ ਤਾਂ ਵਿਆਹ ਕਰਨੋਂ ਆਉਣੋਂ ਵੀ ਹਟ ਜਾਣਗੇ? ਤਾਂ ਮੈਰਿਜ ਪੈਲਸਾਂ ਦਾ ਵੀ ਜਿਹੜਾ ਧੰਦਾ ਉਹ ਵੀ ਬੰਦ ਕਰਵਾ ਦੇਣਗੇ। ਤੇ ਕੀ ਇੱਕ ਸ਼ਰਾਬ ਦਾ ਠੇਕੇਦਾਰ ਮੈਂ ਜਾਣਦਾ, ਉਹ ਪਹਿਲਾਂ ਮਜੀਠੀ ਦਾ ਠੇਕੇਦਾਰ ਰਿਹਾ, ਉਹਦਾ ਖਸਮ ਖਸ ਪੈਦਾ ਕੀਤਾ ਹੋਇਆ, ਫਿਰ ਕਾਂਗਰਸ ਵਾਲਿਆਂ ਦਾ ਖਸਮ ਖਾਸ ਸੀ, ਅੱਜ ਇਹਨਾਂ ਦਾ ਆਪ ਵਾਲਿਆਂ ਦਾ ਖਸਮ ਖਾਸ ਹੈ। ਕਿਉਂਕਿ ਜਿਹੜੀ ਕਮਾਈ ਆ ਉਹਦਾ ਹਿੱਸਾ ਜਿਹੜਾ ਹੈ ਸਰਕਾਰ ਨੂੰ ਜਾਂਦਾ। ਉਹ ਬਿਲਕੁਲ ਇਹੋ ਜਿਹੇ ਕੇਸ ਸੂਮਟ ਹਾਈ ਕੋਰਟ ਨੂੰ ਲੈਣੇ ਚਾਹੀਦੇ। ਤਾਂ ਇੱਕ ਮੇਰੇ ਦਿਮਾਗ 'ਚ ਆਇਆ, ਅਦਰਵਾਈਜ਼ ਹੋਰ ਬਹੁਤ ਕੁਛ ਪੰਜਾਬ ਵਿੱਚ ਚੱਲਦਾ। ਤਾਂ ਹਾਈ ਕੋਰਟ ਨੂੰ ਜ਼ਰੂਰ ਚਾਹੀਦਾ ਕਿ ਉਹ ਬਿਲਕੁਲ ਜਿਹੜਾ ਗ੍ਰਾਫ ਥੱਲੇ ਆਇਆ ਹੋਇਆ, ਉਹ ਗ੍ਰਾਫ ਜੇ ਕਿਸੇ ਕਰਮ ਨਾਲ ਆਇਆ ਤਾਂ ਉਹ ਕਿਸੇ ਕਰਮ ਨਾਲ ਹੀ ਠੀਕ ਹੋਣਾ। ਤਾਂ ਬਿਲਕੁਲ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਨ, ਜਿਹੜੇ ਇਨਸਾਫ ਦੇਣ। ਇੱਥੇ ਮੰਗਦੇ ਕੁਛ ਨਹੀਂ ਹੋਰ, ਹਾਈ ਕੋਰਟ ਤੋਂ ਕੀ ਮੰਗਦਾ ਕੋਈ? ਇਨਸਾਫ ਦਿਓ। ਜਿਵੇਂ ਹਿਮਾਂਸ਼ੂ ਕੁਮਾਰ ਨੇ ਲਿਖਿਆ ਸੀ ਕਿ ਜੱਜ ਅਨਿਆਂ ਦੇ ਨਾਲ ਖੜੇ ਹੈ। ਉਹਨੇ ਇੱਕ ਆਰਟੀਕਲ ਲਿਖਿਆ ਕਿ ਜਿਹੜਾ ਜੱਜ ਹੈ, ਹਾਈ ਕੋਰਟ ਹੈ ਜਾਂ ਸੁਪਰੀਮ ਕੋਰਟ ਹੈ, ਅਨਿਆਂ ਦੇ ਨਾਲ ਖੜਦੇ ਹੈ। ਤਾਂ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਛੱਡਣੀਆਂ ਚਾਹੀਦੀਆਂ। ਤੁਸੀਂ ਐਡੀਆਂ ਵੱਡੀਆਂ ਸੀਟਾਂ 'ਤੇ ਕੁਰਸੀਆਂ 'ਤੇ ਪਰਮਾਤਮਾ ਨੇ ਤੁਹਾਨੂੰ ਬਿਠਾਇਆ, ਤਾਂ ਇਨਸਾਫ ਜਿਹੜਾ ਹੈਗਾ ਲੋਕ ਉਮੀਦ ਕਰਦੇ ਆ। ਅੱਜ ਇਨਸਾਫ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ। ਬੇਨਤੀ ਕਰਦੇ ਹਾਂ ਗਾਂ ਤੋਂ ਆਉਣ ਵਾਲੇ ਸਮੇਂ ਵਿੱਚ ਜਿਹੜੀ ਫੇਅਰ ਜੱਜਮੈਂਟ ਹੈ ਜਿਹੜੀ ਹੈਗੀ ਹੈ, ਉਹ ਜਿਹੜੀ ਹੈਗੀ ਹੈ ਹਾਈ ਕੋਰਟ ਨੂੰ ਬਿਲਕੁਲ ਆਉਣ ਵਾਲੇ ਸਮੇਂ ਵਿੱਚ ਇਹਦੇ 'ਤੇ ਵਰਕ ਕਰਨਾ ਚਾਹੀਦਾ, ਕਿਉਂਕਿ ਹਾਲਾਤ ਬਹੁਤ ਮਾੜੇ ਹੋਏ। ਸੇਖੋ ਸਾਹਿਬ ਸਾਨੂੰ ਸਮਾਂ ਦਿੱਤਾ, ਬੜੀ ਮਿਹਰਬਾਨੀ। ਬਹੁਤ ਬਹੁਤ ਧੰਨਵਾਦ। ਸਰਦਾਰ ਬਲਵਿੰਦਰ ਸਿੰਘ ਸੇਖੋ ਨੇ ਦੱਸਿਆ ਕਿ ਜੇਕਰ ਅੱਜ ਬਿਕਰਮ ਸਿੰਘ ਮਜੀਠੀਆ ਸਿਰਸਾ ਸਾਹਿਬ ਦੇ ਖਿਲਾਫ ਬੋਲ ਰਿਹਾ ਤੇ ਸਮਾਂ ਭੁੱਲਣਾ ਨਹੀਂ ਚਾਹੀਦਾ। ਇਹਨਾਂ ਦਾ ਸਾਰਾ ਪਰਿਵਾਰ ਸਿਰਸਾ ਸਾਹਿਬ ਦੇ ਪੈਰਾਂ ਵਿੱਚ ਬੈਠਾ ਲੋਕਾਂ ਨੇ ਆਮ ਦੇਖਿਆ ਆ। ਵਿਜੀਲੈਂਸ ਦੇ ਅੱਜ ਵਾਲੇ ਚਲਾਨ ਪੇਸ਼ ਕਰਨ ਤੇ ਉਹਨਾਂ ਨੇ ਵਿਜੀਲੈਂਸ ਦੀ ਪਿੱਠ ਜਿਹੜੀ ਆ ਉਹ ਥਪਥਪਾਈ ਆ। ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਲੈ ਕੇ ਸਥਿਤੀ ਤੇ ਕੇਂਦਰ ਜਾਂ ਅਦਾਲਤਾਂ ਕੋਈ ਫੈਸਲਾ ਲੈਂਦੀਆਂ। ਇਹ ਆਉਣ ਵਾਲਾ ਸਮਾਂ ਦੱਸੇਗਾ। ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।